देखो असी ਉਹ ਪੰਜਾਬੀ ਆ ਜਿਨ੍ਹਾਂ ਕੋ ਪੰਜਾਬ ਦੀ ਪੀਆਰ ਆ ਰਾਈਟ ਅਸੀਂ ਉਹ ਪੰਜਾਬੀ ਆ ਕਿ ਜਿਹੜੇ ਪੰਜਾਬ ਤੋਂ ਬਿਨਾ ਨਹੀਂ ਰਹਿ ਸਕਦੇ। ਮੇਰਾ ਮਨ ਸੀ ਕਿ ਮੈਂ ਆਪਣੇ ਪਿੰਡ ਨੂੰ ਕਿਸੇ ਤਰੀਕੇ ਨਾਲ ਗਿਵ ਬੈਕ ਕਰਾਂ, ਸੋ ਇਸੇ ਸੋਚ ਨਾਲ ਹੀ ਮੈਂ ਪਿੰਡ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕੀਤਾ ਕਿ ਅਸੀਂ ਪਿੰਡ ਨੂੰ ਵਾਪਸ ਕਿੱਦਾਂ ਕਰ ਸਕਦੇ। ਅਸੀਂ ਪਿੰਡ ਦੇ ਵਿੱਚ ਹੋਰ ਮਨਦੀਪ ਕੌਰ ਟਾਂਗਰਾ ਤੇ ਮਨਦੀਪ ਕੌਰ ਟਾਂਗਰਾ ਤੋਂ ਬਿਹਤਰ ਜਿਹੜੇ ਬੱਚੇ ਬਣਾਈਏ। ਮਨਦੀਪ ਜੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਮੈਂ MBA ਕੀਤੀ ਹੋਈ ਹੈ, MBA ਇੱਕ ਬਹੁਤ ਵਧੀਆ ਤੇ ਬਿਜ਼ਨਸ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਡਿਗਰੀ ਮੰਨੀ ਜਾਂਦੀ ਹੈ। ਮਾਸਟਰਸ ਕੀਤੀ ਹੋਈ ਹੈ ਤੁਸੀਂ, ਲੋਕ ਉਹਨੂੰ ਹੋਰ ਜ਼ਿਆਦਾ ਐਜੂਕੇਸ਼ਨ ਲੈ ਕੇ ਉਹਦੇ ਬਾਅਦ ਬਾਹਰ ਦਾ ਰੁਖ ਕਰਦੇ, ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ। ਬਟ ਆਈ ਟਰੂਲੀ ਬਿਲੀਵ ਕਿ ਹਰ ਚੀਜ਼ ਜਿਹੜੀ ਆ ਉਹ ਪੰਜਾਬ 'ਚ ਵੀ ਪੋਸੀਬਲ ਆ। ਅਸੀਂ ਜੇ ਪੜ੍ਹਨਾ ਹੈ ਤੇ ਅਸੀਂ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਆਪਣੇ ਪਿੰਡ ਵਿੱਚ ਬਹਿ ਕੇ ਵੀ ਪੜ੍ਹ ਸਕਦੇ ਹਾਂ। LPU ਦੀ ਮੈਂ ਟੌਪਰ ਹਾਂ, ਮੇਰੇ ਕੋਲ ਜਾਣ ਦਾ ਆਪਸ਼ਨ ਸੀ ਬਟ ਮੈਂ ਉਹਨੂੰ ਕਦੀ ਅਵੇਲ ਨਹੀਂ ਕੀਤਾ। ਪਿਛਲੇ 10 ਸਾਲ ਵੀ ਮੇਰੇ ਕੋਲ US ਸੈਟਲ ਹੋਣ ਦਾ ਆਪਸ਼ਨ ਸੀ ਪਰ ਮੈਂ ਉਹਨੂੰ ਅਵੇਲ ਨਹੀਂ ਕੀਤਾ। ਮੈਂ ਬਿਜ਼ਨਸ ਕਰਨ ਲਈ ਨਹੀਂ ਕੰਪਨੀ ਖੋਲੀ, ਮੈਂ ਆਪਣਾ ਪਿੰਡਾਂ ਦੀ ਇੱਕ ਉਦਾਹਰਨ ਸੈਟਅਪ ਕਰਨ ਲਈ ਕੰਪਨੀ ਖੋਲੀ ਆ ਕਿ ਪਿੰਡ ਵਿੱਚ ਵੀ ਕੁਝ ਹੋ ਸਕਦਾ ਹੈ। ਤੇ ਅੱਜ ਜਦੋਂ 120 ਬੰਦਿਆਂ ਦੀ ਟੀਮ ਬਣਾਤੀ, ਅੱਜ ਜਦੋਂ ਇੱਕ ਸਕਸੈਸਫੁਲ ਬਿਜ਼ਨਸ ਮਾਡਲ ਖੜਾ ਕਰਤਾ, ਤੇ ਇਹ ਮਾਡਲ ਮੇਰੇ ਵੱਲੋਂ ਸਾਰਿਆਂ ਨੂੰ ਗਿਫਟ ਆ ਕਿ ਉਹ ਆਪਣੇ ਆਪਣੇ ਪਿੰਡ ਸੈਟਅਪ ਕਰਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਇੱਕ ਬੜੀ ਖੂਬਸੂਰਤ ਜਿਹੀ ਇੱਕ ਮੁਟਿਆਰ ਮਿਲੀ ਹੈ ਮੈਨੂੰ। ਕਹਿੰਦੇ ਇੱਕ ਗੱਲ ਕਹੀ ਜਾਂਦੀ ਹੈ ਕਿ ਨੀਡ ਜਿਹੜੀ ਹੈਗੀ ਹੈ, ਨੀਡ ਇਜ਼ ਦ ਮਦਰ ਆਫ ਇਨਵੈਂਸ਼ਨ। ਡਿਸਕਵਰੀ ਕਹਿ ਲਓ ਜਾਂ ਕੁਝ ਵੀ ਕਹਿ ਲਓ, ਲੋੜ ਜਿਹੜੀ ਹੁੰਦੀ ਹੈ ਉਹ ਕਈ ਕਾਢਾਂ ਦੀ ਜਿਹੜੀ ਹੈ ਉਹਨਾਂ ਨੂੰ ਜਨਮ ਦਿੰਦੀ ਹੈ। ਉਸੇ ਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ ਦੀ ਗੱਲ ਇੱਥੇ ਆਮ ਤੌਰ ਤੇ ਕਹੀ ਜਾਂਦੀ ਹੈ ਵੀ ਪੰਜਾਬ ਦੇ ਵਿੱਚ ਕਿ ਦੇਸ਼ ਦੇ ਵਿੱਚ ਵੀ, ਪਰ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਸੂਬੇ ਦੀ, ਬੇਰੁਜ਼ਗਾਰੀ, ਨਸ਼ਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਨੌਜਵਾਨੀ ਜਿਹੜੀ ਹੈ ਉਹ ਰੁਲਦੀ ਜਾ ਰਹੀ ਹੈ ਜਾਂ ਉਸ ਨੂੰ ਸਹੀ ਦਿਸ਼ਾ ਜਿਹੜੀ ਹੈ, ਡਾਇਰੈਕਸ਼ਨ ਨਹੀਂ ਮਿਲ ਰਹੀ ਹੈ। ਉਹਦੇ ਵਿੱਚ ਹੀ ਜਦੋਂ ਇਹ ਜਿਹੇ ਕੁਝ ਉਦਮੀ ਲੋਕ ਜਿਹੜੇ ਨੇ ਉਹ ਹੋਪ ਨੂੰ ਫੜ ਕੇ ਰਹਿੰਦੇ ਨੇ, ਉਹ ਆਪਣੇ ਆਪ ਦੇ ਵਿੱਚ ਗੱਲ ਹੁੰਦੀ ਹੈ। ਮਨਦੀਪ ਕੌਰ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਮਨਦੀਪ ਜੀ ਤੁਸੀਂ ਕਿੱਥੋਂ? ਮੇਰਾ ਪਿੰਡ ਟਾਂਗਰਾ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਮੇਰਾ ਪਿੰਡ। ਟਾਂਗਰਾ ਤੋਂ ਨੇ, ਅੰਮ੍ਰਿਤਸਰ ਡਿਸਟ੍ਰਿਕਟ ਤੋਂ। ਔਰ ਅੱਗੇ ਮੈਂ ਇਹਨਾਂ ਤੋਂ ਤਾਂ ਪੁੱਛਿਆ ਤਾਂ ਕਿ ਖੁਦ ਦੱਸਣ, ਅੱਗੇ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਕਰਦੇ ਕੀ ਨੇ। IT ਕੰਪਨੀ, ਛੋਟਾ ਜਿਹਾ ਵੈਂਚਰ ਕਹਿ ਸਕਦੇ ਹਾਂ, ਜੇ ਕੰਪਨੀ ਤਾਂ ਨਹੀਂ ਕਹਿ ਸਕਦੇ, IT ਦਾ ਛੋਟਾ ਜਿਹਾ ਆਪਣਾ ਇੱਕ ਵੈਂਚਰ ਚਲਾਉਂਦੇ ਨੇ। ਇੰਪਲੋਏ ਕੀਤਾ ਹੈ, ਮੀਨਸ ਜਿਹੜੀ ਗੱਲ ਕਹਿੰਦੇ ਆ ਕਿ ਵੱਡੀਆਂ ਇੰਡਸਟਰੀਜ਼ ਆਉਣ, ਵੱਡੇ ਵੱਡੇ ਵੈਂਚਰਸ ਆਉਣ, ਉਹਨੂੰ ਛੱਡ ਕੇ ਇਹਨਾਂ ਨੇ ਖੁਦ ਆਪਣੇ ਪਿੰਡ ਦੇ ਵਿੱਚ ਇੱਕ ਯੂਨਿਟ ਲਾਇਆ ਤੇ ਹੋਰ ਲੋਕਾਂ ਨੂੰ ਜਿਹੜੀ ਹੈ ਉਹ ਇਹਨਾਂ ਨੇ ਰੋਜ਼ਗਾਰ ਦਿੱਤਾ ਹੈ। ਸਾਰਾ ਕਿੱਦਾਂ ਇਹਨਾਂ ਦੇ ਦਿਮਾਗ 'ਚ ਆਈਡੀਆ ਆਇਆ, ਕੀ ਕੁਝ ਇਹਨਾਂ ਨੇ ਕੀਤਾ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨਦੀਪ ਜੀ ਕਿਵੇਂ ਸ਼ੁਰੂਆਤ ਕਿਵੇਂ ਹੋਈ ਇਹਦੀ? ਮੇਰਾ ਮਨ ਸੀ ਕਿ ਮੈਂ ਆਪਣੇ ਪਿੰਡ ਨੂੰ ਕਿਸੇ ਤਰੀਕੇ ਨਾਲ ਗਿਵ ਬੈਕ ਕਰਾਂ, ਸੋ ਕਿਉਂਕਿ ਮੈਂ ਐਜੂਕੇਸ਼ਨ ਵਾਈਜ਼ ਆਈ ਗॉट ਗੁੱਡ ਵਧੀਆ, ਮਤਲਬ ਕਿ ਮੈਨੂੰ ਆਪਣੇ ਪਿੰਡ ਦੇ, ਆਪਣੀ ਯੂਨੀਵਰਸਿਟੀ ਦੇ ਵਿੱਚ ਆਈ ਵਾਸ ਦੀ ਟੌਪਰ ਇਨ ਮਾਈ ਯੂਨੀਵਰਸਿਟੀ। ਸੋ ਮੈਨੂੰ ਲੱਗਾ ਕਿ ਮੇਰੇ ਪਿੰਡ ਨੇ ਮੈਨੂੰ ਇੰਨਾ ਅੱਛਾ ਬਣਾਇਆ ਤੇ what can I do for my village। ਮੈਂ ਆਪਣੇ ਪਿੰਡ ਕੁਆਲੀਫਿਕੇਸ਼ਨ ਕੀ ਹੈ? I am an MBA in marketing। ਹਾਂਜੀ, ਸੋ ਇਸੇ ਸੋਚ ਨਾਲ ਹੀ ਮੈਂ ਪਿੰਡ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕੀਤਾ ਕਿ ਅਸੀਂ ਪਿੰਡ ਨੂੰ ਵਾਪਸ ਕਿੱਦਾਂ ਕਰ ਸਕਦੇ ਹਾਂ। ਸੋ ਮੇਰਾ ਮਨ ਆ ਕਿ ਅਸੀਂ ਪਿੰਡ ਦੇ ਵਿੱਚ ਹੋਰ ਮਨਦੀਪ ਕੌਰ ਟਾਂਗਰਾ ਤੇ ਮਨਦੀਪ ਕੌਰ ਟਾਂਗਰਾ ਤੋਂ ਬਿਹਤਰ ਜਿਹੜੇ ਬੱਚੇ ਬਣਾਈਏ। ਮਨਦੀਪ ਜੀ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਮੈਂ MBA ਕੀਤੀ ਹੋਈ ਹੈ, MBA ਇੱਕ ਬਹੁਤ ਵਧੀਆ ਤੇ ਬਿਜ਼ਨਸ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਡਿਗਰੀ ਮੰਨੀ ਜਾਂਦੀ ਹੈ। ਮਾਸਟਰਸ ਕੀਤੀ ਹੋਈ ਹੈ ਤੁਸੀਂ, ਲੋਕ ਉਹਨੂੰ ਹੋਰ ਜ਼ਿਆਦਾ ਐਜੂਕੇਸ਼ਨ ਲੈ ਕੇ ਉਹਦੇ ਬਾਅਦ ਬਾਹਰ ਦਾ ਰੁਖ ਕਰਦੇ, ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਚਲੇ ਜਾ ਰਹੇ ਹੈ। ਘਰ ਖਾਲੀ ਪਏ ਨੇ, ਏਡੇ NRIs ਦੇ ਵੱਡੇ ਵੱਡੇ ਘਰ ਬਣਾਤੇ ਪਰ ਖਾਲੀ ਹੈ, ਕੋਈ ਹੈ ਨਹੀਂ ਉੱਥੇ। ਤੁਹਾਡਾ ਨਹੀਂ ਦਿਲ ਕੀਤਾ ਮੈਂ ਬਾਹਰ ਜਾਵਾਂ ਤੇ ਮੈਂ ਇੱਥੇ ਜਾਂ ਘੱਟੋ ਘੱਟ ਪਿੰਡ ਚੋਂ ਨਿਕਲ ਕੇ ਦਿੱਲੀ ਬੰਗਲੌਰ ਤਾਂ ਜਾਵਾਂ ਹੀ? ਮੈਂ ਜਦੋਂ ਪੜ੍ਹਦੀ ਸੀ ਤੇ ਹਰ ਸਮੈਸਟਰ ਮੈਂ ਟੌਪ ਕਰਦੀ ਸੀ ਤੇ ਮੇਰੀ ਯੂਨੀਵਰਸਿਟੀ ਮੈਨੂੰ more than $2,000 ਯੂਨੀਵਰਸਿਟੀ ਜਿਹੜੀ ਹੈ ਤੁਹਾਨੂੰ ਦਿੰਦੀ ਸੀ ਕਿ ਤੁਸੀਂ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਜਾਓ, ਜਿਹਦੇ ਵਿੱਚ ਸਾਰੀ ਫੀਸ ਯੂਨੀਵਰਸਿਟੀ ਦਿੰਦੀ ਸੀ। ਬਟ ਆਈ ਟਰੂਲੀ ਬਿਲੀਵ ਕਿ ਹਰ ਚੀਜ਼ ਜਿਹੜੀ ਆ ਉਹ ਪੰਜਾਬ 'ਚ ਵੀ ਪੋਸੀਬਲ ਆ। ਅਸੀਂ ਜੇ ਪੜ੍ਹਨਾ ਹੈ ਤੇ ਅਸੀਂ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਆਪਣੇ ਪਿੰਡ ਵਿੱਚ ਬਹਿ ਕੇ ਵੀ ਪੜ੍ਹ ਸਕਦੇ ਹਾਂ। ਸੋ ਮੇਰੇ ਕੋਲ 5 ਸਾਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਵਿੱਚ LPU ਦੀ ਮੈਂ ਟੌਪਰ ਹਾਂ, ਮੇਰੇ ਕੋਲ ਜਾਣ ਦਾ ਆਪਸ਼ਨ ਸੀ ਬਟ ਮੈਂ ਉਹਨੂੰ ਕਦੀ ਅਵੇਲ ਨਹੀਂ ਕੀਤਾ। ਪਿਛਲੇ 10 ਸਾਲ ਵੀ ਮੇਰੇ ਕੋਲ
US ਸੈਟਲ ਹੋਣ ਦਾ ਆਪਸ਼ਨ ਸੀ, ਪਰ ਮੈਂ ਉਹਨੂੰ ਅਵੇਲ ਨਹੀਂ ਕੀਤਾ। ਮੇਰੇ ਕੋਲ ਆਪਸ਼ਨ ਆ ਕਿ ਮੈਂ ਅੰਮ੍ਰਿਤਸਰ ਸਿਟੀ 'ਚ ਆਫਿਸ ਬਣਾ ਲਾਂ, ਮੇਰੇ ਕੋਲ ਆਪਸ਼ਨ ਆ ਕਿ ਮੈਂ ਦਿੱਲੀ ਚਲ ਜਾ, ਬੈਂਗਲੌਰ ਚਲ ਜਾ, ਬਟ ਮੈਂ ਬਿਜ਼ਨਸ ਕਰਨ ਲਈ ਨਹੀਂ ਕੰਪਨੀ ਖੋਲੀ। ਮੈਂ ਆਪਣਾ ਪਿੰਡਾਂ ਦੀ ਇੱਕ ਉਦਾਹਰਨ ਸੈਟਅਪ ਕਰਨ ਲਈ ਕੰਪਨੀ ਖੋਲੀ ਆ ਕਿ ਪਿੰਡ ਵਿੱਚ ਵੀ ਕੁਝ ਹੋ ਸਕਦਾ ਹੈ। ਤੇ ਅੱਜ ਜਦੋਂ 120 ਬੰਦਿਆਂ ਦੀ ਟੀਮ ਬਣਾਤੀ, ਅੱਜ ਜਦੋਂ ਇੱਕ ਸਕਸੈਸਫੁਲ ਬਿਜ਼ਨਸ ਮਾਡਲ ਖੜਾ ਕਰਤਾ, ਤੇ ਇਹ ਮਾਡਲ ਮੇਰੇ ਵੱਲੋਂ ਸਾਰਿਆਂ ਨੂੰ ਗਿਫਟ ਆ ਕਿ ਉਹ ਆਪਣੇ ਆਪਣੇ ਪਿੰਡ ਸੈਟਅਪ ਕਰਨ ਤੇ 100 ਲੋਕਾਂ ਨੂੰ ਜੌਬ ਦੇਣ। ਪ੍ਰਧਾਨ ਮੰਤਰੀ ਆਵਾਜ਼ਾਂ ਮਾਰਦੇ ਆ ਤੁਹਾਨੂੰ, ਤੇ ਤੁਹਾਡੀ ਗੱਲ ਜਿਹੜੀ ਹੈ ਉੱਥੇ ਉਸ ਚੀਜ਼ ਦੀ ਸੁਣਵਾਈ ਹੁੰਦੀ ਹੈ। ਵੱਡੇ ਵੱਡੇ ਡਿਗਨਿਟਰੀਜ਼ ਜਿਹੜੇ ਤੁਹਾਨੂੰ ਡੈਫੀਨੇਟਲੀ ਆਉਂਦੇ ਹੋਣਗੇ ਤੁਹਾਡੇ ਕੋਲ। ਮੁੱਖ ਮੰਤਰੀ ਨੇ ਅੱਜ ਦੇ ਇਨਵੈਸਟ ਪੰਜਾਬ ਦੇ ਵਿੱਚ ਤੁਹਾਡਾ ਸਪੈਸ਼ਲ ਜ਼ਿਕਰ ਕੀਤਾ ਹੈ, ਔਰ ਉਹਨਾਂ ਨੇ ਇਸ ਗੱਲ ਨੂੰ ਬੜੀ ਪ੍ਰਾਊਡਲੀ ਕਿਹਾ ਹੈ ਕਿ ਮਨਦੀਪ ਕੌਰ ਇੱਕ ਅਜਿਹਾ ਇਸ ਟਾਈਮ ਸ਼ਖਸ ਸਾਡੇ ਵਿੱਚ ਐਸੇ ਇੱਕ ਲੜਕੀ ਬੈਠੀ ਹੋਈ ਹੈ ਜਿਨ੍ਹਾਂ ਨੇ ਕਿ ਆਪਣੇ ਪਿੰਡ ਦੇ ਵਿੱਚ ਸਿਰਫ ਨਹੀਂ ਲਾਇਆ ਯੂਨਿਟ, ਬਲਕਿ ਨਾਲ ਦੇ ਪਿੰਡ 'ਚ ਵੀ ਚੁੱਕ ਕੇ ਲੈ ਕੇ ਗਏ ਔਰ ਲੋਕਾਂ ਨੂੰ ਜਿਹੜੇ ਉਹਨਾਂ ਨੇ ਕੰਮ ਦਿੱਤਾ। ਪਰ ਫਿਰ ਵੀ ਇਸ ਸਭ ਦੇ ਬਾਵਜੂਦ ਕਿਤੇ ਨਾ ਕਿਤੇ ਕਦੀ ਕਦੀ ਹੁੰਦਾ ਨਹੀਂ ਕਿ ਮੇਰੇ ਕੋਲ ਸੈਟਲਮੈਂਟ ਦੇ ਨੇ ਹੈਗੇ ਨੇ ਜਾਂ ਮੈਂ ਐਕਸੈਲ ਕਰਾਂ। ਕਿਵੇਂ ਕੈਰੀ ਫਾਰਵਰਡ ਕੀਤਾ ਤੁਸੀਂ ਇਸ ਚੀਜ਼ ਨੂੰ? ਇਸ ਆਈਡੀਆ ਇਜ਼ ਵੈਰੀ ਗੁੱਡ, ਬਟ ਪੀਪਲ ਰੀਅਲੀ ਹੈਜ਼ਿਟੇਟ ਕਿ ਇਸ ਤਰੀਕੇ ਨਾਲ ਅਸੀਂ ਆਪਣਾ ਛੋਟਾ ਜਿਹਾ ਕੰਮ ਕਰਾਂਗੇ, ਸਾਨੂੰ ਵੱਡੀ ਓਪਰਚੁਨਿਟੀਜ਼ ਮਿਲ ਰਹੀਆਂ, ਐਮਐਨਸੀਜ਼ ਚੁੱਕ ਰਹੀਆਂ, ਸਾਨੂੰ ਵੱਡੇ ਵੱਡੇ ਹੋ ਰਹੇ ਹੈ। ਦੇਖੋ, ਅਸੀਂ ਉਹ ਪੰਜਾਬੀ ਆ ਜਿਨ੍ਹਾਂ ਕੋ ਪੰਜਾਬ ਦੀ ਪੀਆਰ ਆ, ਰਾਈਟ? ਅਸੀਂ ਉਹ ਪੰਜਾਬੀ ਆ ਕਿ ਜਿਹੜੇ ਪੰਜਾਬ ਤੋਂ ਬਿਨਾਂ ਨਹੀਂ ਰਹਿ ਸਕਦੇ। ਵੀ ਟਰੂਲੀ ਬਿਲੀਵ ਕਿ ਜੋ ਸਾਨੂੰ ਵੀ ਕੈਨ ਨਾਟ ਲੀਵ ਆਰ ਪੇਰੈਂਟਸ, ਠੀਕ ਹੈ? ਅਸੀਂ ਇਹ ਮੰਨਦੇ, ਮੈਂ ਤੇ ਇਹ ਮੰਨਦੀ ਕਿ ਸਾਰਾ ਮੇਰੇ ਪੇਰੈਂਟਸ ਨੇ ਮੇਰਾ ਕਣ ਕਣ ਬਣਾਇਆ, ਤੇ ਜੇ ਮੈਂ ਉਹਨਾਂ ਦੇ ਸੈਕਿੰਡ ਹਾਫ 'ਚ ਉਹਨਾਂ ਦੇ ਨਾਲ ਨਹੀਂ ਆ ਤੇ ਮੇਰਾ ਬਣਨ ਦਾ ਵੀ ਕੋਈ ਫਾਇਦਾ ਨਹੀਂ, ਰਾਈਟ? ਸੋ ਆਈ ਡੂ, ਸਭ ਦੀ ਆਪਣੀ ਆਈਡੀਓਲੋਜੀ ਆ ਐਂਡ ਆਈ ਰਿਸਪੈਕਟ ਐਵਰੀਬਡੀਜ਼ ਥਾਟ ਪ੍ਰੋਸੈਸ। ਜੋ ਕੋਈ ਵੀ ਸੋਚਦਾ, ਮੈਨੂੰ ਸਾਰਿਆਂ ਦੀ ਰਿਸਪੈਕਟ ਆ, ਬਟ ਮੇਰੀ ਖੁਦ ਦੀ ਇਹ ਸੋਚ ਆ ਕਿ ਆਪਣੇ ਪੇਰੈਂਟਸ ਨੂੰ ਛੱਡ ਕੇ ਜਾਂ ਫਿਰ ਆਪਣੇ ਪਿੰਡ ਨੂੰ ਛੱਡ ਕੇ, ਕਿਉਂਕਿ ਪਿੰਡ ਦੀ ਮੈਂ ਐਗਜ਼ਾਮਪਲ ਵਾ, ਮੇਰੇ ਪਾਪਾ ਦੀ ਆਟਾ ਚੱਕੀ ਪਿੰਡ ਵਿੱਚ, ਮੇਰੇ ਪਿੰਡ ਦੇ ਲੋਕਾਂ ਨੇ ਮੇਰੇ ਪਾਪਾ ਦੀ ਆਟਾ ਚੱਕੀ ਤੋਂ ਆਟਾ ਖਰੀਦ ਕੇ ਉਹਨਾਂ ਨੂੰ ਪ੍ਰੋਫਿਟ ਕਰਵਾ ਕੇ ਉਸ ਪੈਸੇ ਨਾਲ ਮੈਨੂੰ ਬਣਾਇਆ ਮੇਰੇ ਪਿੰਡ ਨੇ, ਠੀਕ ਹੈ? ਸੋ ਮੈਂ ਆਪਣੇ ਪਿੰਡ ਨੂੰ ਵਾਪਸ ਦੇਣਾ ਚਾਹੁੰਦੀ। ਸੋ ਇਹ ਮੇਰਾ ਪਰਸਨਲ ਡਿਸੀਜਨ ਆ ਕਿ ਪਿੰਡ ਨਹੀਂ ਛੱਡਣਾ, ਪੰਜਾਬ ਨਹੀਂ ਛੱਡਣਾ, ਤੇ ਹਰ ਕੰਮ ਜਿਹੜਾ ਵਾ ਪੰਜਾਬ ਰਹਿ ਕੇ ਕਰਨਾ। ਸਾਡੇ ਦੁਨੀਆ 'ਚ ਆਫਿਸ ਹੋਣਗੇ, ਦੁਨੀਆ ਵਿੱਚ ਸਾਡੇ ਕਲਾਇੰਟਸ ਹੋਣਗੇ, ਰਾਈਟ? ਦੁਨੀਆ 'ਚ ਸਾਡੇ ਰਿਮੋਟ ਵਰਕਿੰਗ EMPLOYEES ਹੋਣਗੇ, ਪਰ ਪਿੰਡ ਜਿਹੜਾ ਵਾ, ਪਿੰਡ ਨੂੰ ਅਸੀਂ ਨਹੀਂ ਛੱਡ ਸਕਦੇ। ਪਿੰਡ ਨਹੀਂ ਛੱਡਣਾ ਤੁਹਾਡੀ ਬੜੀ ਪਾਲਿਸੀ ਇੰਟਰੋਡਿਊਸ ਕੀਤੀ ਆਪਣੀ ਕੰਪਨੀ 'ਚ। ਸੈਕਿੰਡ, ਪੰਜਾਬ ਤੋਂ ਮੋਰ ਦੈਨ 60% ਬੱਚੇ ਪੰਜਾਬ ਤੋਂ ਹੋਣੇ ਚਾਹੀਦੇ ਸੀ। 60% employment is fixed for people who are from Punjab and 40% is fixed for anywhere in India, right? India ਤੋਂ ਕਿਤੋਂ ਵੀ ਕੋਈ ਆ ਕੇ ਕੰਮ ਕਰ ਸਕਦਾ ਹੈ, ਕਿਉਂਕਿ ਅਸੀਂ ਦੂਸਰੇ ਬੱਚਿਆਂ ਤੋਂ ਸਿੱਖਣਾ ਵੀ ਹੁੰਦਾ, ਰਾਈਟ? ਉਹਨਾਂ ਦੀ ਇੰਗਲਿਸ਼ ਬੈਟਰ ਹੋ ਸਕਦੀ ਆ, ਉਹਨਾਂ ਦੇ ਟੈਕਨੀਕਲ ਸਕਿੱਲਸ ਬੈਟਰ ਹੋ ਸਕਦੇ ਆ, ਉਹ ਬੈਟਰ ਕਾਲਜਿਸ ਤੋਂ ਹੋ ਸਕਦੇ ਆ, ਉਹ IITs ਹੋ ਸਕਦੇ ਆ। ਸੋ ਇਟ ਇਜ਼ ਅ two-way learning where ਦੁਨੀਆ ਦੇ ਬਿਹਤਰੀਨ ਇੰਜੀਨੀਅਰਸ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਟ੍ਰੇਨ ਕਰ ਰਹੇ ਨੇ ਤੇ ਆਪਣੀ ਵੀ ਉੱਥੇ ਜਿਹੜੀ ਆ ਸੇਵਾ ਦੇ ਰਹੇ ਨੇ। ਸੋ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਬੱਚੇ ਨੇ ਜਿਹੜੇ ਕਿ ਸ਼ਹਿਰ ਤੋਂ ਪਿੰਡ ਆਉਂਦੇ ਨੇ। ਸਾਡੀ ਬਖੂਬੀ ਬੱਸ ਲੱਗੀ ਹੋਈ ਹੈ ਇੱਕ, ਜਿਹੜੀ ਕਿ ਪਿੰਡ ਤੋਂ ਸ਼ਹਿਰ ਜਾਂਦੀ ਆ। 30 ਕਿਲੋਮੀਟਰ ਰੋਜ਼ ਬੱਚੇ ਜਿਹੜੇ ਆ ਸ਼ਹਿਰੋਂ ਟਰੈਵਲ ਕਰਕੇ ਪਿੰਡ ਵਿੱਚ ਆਉਂਦੇ ਜੌਬ ਕਰਨ। ਐਂਡ ਆਈ ਫੀਲ ਸੋ ਆਨਰਡ, ਸੋ ਪ੍ਰਾਊਡ, ਸੋ ਬਲੈਸਡ ਕਿ ਬੱਚੇ ਜਿਹੜੇ ਆ ਉਹ ਸ਼ਹਿਰ ਦੀਆਂ ਫੈਸਿਲਿਟੀਜ਼ ਛੱਡ ਕੇ ਸਾਫ਼ ਪਿੰਡ ਚੁਣ ਰਹੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਆ ਕੇ ਜਿਹੜਾ ਉਹ ਕੰਮ ਕਰਨਾ। ਇਟ ਇਜ਼ ਅ ਵੈਰੀ ਪ੍ਰਾਊਡ ਮੂਮੈਂਟ ਫॉर ਅਸ। ਪਰ ਵੈਸੇ ਬੜਾ ਕੰਟਰਡਿਕਸ਼ਨ ਹੈਗੀ ਇੱਕ ਤਰ੍ਹਾਂ ਦੀ, ਕਿਉਂਕਿ ਪਿੰਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੰਦਾ ਕੀ ਸੋਚ ਸਕਦਾ ਹੈ? ਖੇਤੀ ਹੋਏਗੀ, ਮੈਕਸਿਮਮ ਕੀ ਸੋਚ ਸਕਦਾ? ਚਲੋ ਦੁਕਾਨਾਂ ਬਣ ਜਾਣਗੀਆਂ, ਚਲੋ ਕਿਸੇ ਤਰੀਕੇ ਦਾ ਕੋਈ ਟਰੈਕਟਰ ਬਣਾਉਣ ਦੀ ਹੈ, ਕੋਈ ਮਕੈਨਿਕਸ ਦੀ ਕੋਈ ਹੋ ਸਕਦੀ ਹੈ, ਕੋਈ ਛੋਟਾ ਮੋਟਾ ਫੈਕਟਰੀ ਦਾ ਯੂਨਿਟ ਹੋ ਸਕਦਾ ਹੈ, ਇਸ ਤਰ੍ਹਾਂ ਦੀ ਚੀਜ਼ਾਂ ਸੋਚ ਸਕਦੇ। ਪਰ IT ਦੇ ਨਾਲ ਰਿਲੇਟਡ, ਡਿਜੀਟਲ ਮਾਰਕੀਟਿੰਗ ਨਾਲ ਰਿਲੇਟਡ ਐਵੇਂ ਦੇ ਕੰਮ ਹੋਰ ਕੀ ਤੁਹਾਡਾ ਮੀਨਸ ਐਕਚੁਅਲੀ ਤੁਹਾਡਾ ਹੱਬ ਕੀ ਕੰਮ ਕਰ ਰਿਹਾ, ਕੀ ਸਰਵਿਸਿਜ਼ ਦੇ ਰਹੇ ਹੋ? ਔਰ ਇਹ ਆਈਡੀਆ ਕਿਵੇਂ ਤੁਹਾਨੂੰ ਲੱਗ ਰਿਹਾ? ਬਿਲਕੁਲ ਕੰਟਰਡਿਕਟਰੀ ਹੈ ਬੇਸਿਕਲੀ। ਵਾਈ IT? ਬਿਕੋਜ਼ ਪਿੰਡ ਵਿੱਚੋਂ ਲੋਕ ਕਿਉਂ ਜਾ ਰਹੇ ਨੇ? ਕਿਉਂਕਿ ਉਹਨਾਂ ਨੂੰ ਅੱਛੀਆਂ ਸੈਲਰੀਜ਼ ਨਹੀਂ ਮਿਲ ਰਹੀਆਂ।
ਰਾਈਟ। ਸੋ ਅਸੀਂ IT ਇਸ ਕਰਕੇ ਪਿੰਡ ਵਿੱਚ ਲੈ ਕੇ ਆਏ ਹਾਂ ਕਿ ਬੱਚਾ ਵਾਕਿੰਗ ਡਿਸਟੈਂਸ ਤੇ 30,000 ਘਰ ਲੈ ਕੇ ਜਾਏ, ਬੱਚਾ ਵਾਕਿੰਗ ਡਿਸਟੈਂਸ ਤੇ 70,000 ਘਰ ਲੈ ਕੇ ਜਾਏ, ਜਿਹੜੀ ਕਿ ਲਾਈਵ ਐਗਜ਼ਾਮਪਲ ਆ ਮੇਰੀ ਕੰਪਨੀ 'ਚ ਅੱਜ ਦੇ ਦਿਨ ਦੇ ਵਿੱਚ। ਅੱਜ ਦੇ ਦਿਨ 'ਚ ਇਹੋ ਜਿਹੇ ਬੱਚੇ ਮੇਰੀ ਕੰਪਨੀ 'ਚ ਹੈਗੇ ਨੇ ਕਿ ਜਿਹੜੇ ਵਾਕਿੰਗ ਡਿਸਟੈਂਸ ਤੋਂ ਆ ਰਹੇ ਨੇ ਤੇ 50,000 ਸੈਲਰੀ ਜਿਹੜੀ ਆ ਉਹ ਘਰ ਲੈ ਕੇ ਜਾਂਦੇ ਨੇ। ਇਹਨੂੰ ਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਵਾਈਟ ਕਾਲਰ ਜੌਬਸ ਇਨ ਵਿਲੇजेस ਕ੍ਰੀਏਟ ਕਰਨਾ ਚਾਹੁੰਦੇ ਹਾਂ। ਅਸੀਂ ਵਿਲੇजेस ਦੇ ਵਿੱਚ ਵਾਈਟ ਕਾਲਰ ਜੌਬਸ ਚਾਹੁੰਦੇ, ਜਿੱਥੇ ਬੱਚੇ ਨੂੰ ਇਹ ਨਾ ਲੱਗੇ ਕਿ ਜੇ ਮੈਂ ਦੁਬਈ ਜਾਵਾਂਗਾ ਤੇ ਫੇਰ ਹੀ ਮੈਨੂੰ 30,000 ਘਰ ਭੇਜ ਸਕਦਾ, ਫੇਰ ਹੀ ਮੈਂ 50,000 ਘਰ ਭੇਜ ਸਕਦਾ। ਬੱਚੇ ਦੀ ਮੰਮਾ ਗਰਮ ਗਰਮ ਰੋਟੀ ਉਹਨੂੰ ਬਣਾ ਕੇ ਭੇਜੇ, ਉਹਨੂੰ ਰਿਸਪੈਕਟ ਮਿਲੇ, ਬੱਚੇ ਨੂੰ ਆਫਿਸ ਜਾ ਕੇ ਬੈਠੇ AC ਰੂਮ 'ਚ ਬੈਠੇ ਉਹ ਵੀ ਆਨਰਡ ਫੀਲ ਕਰੇ ਤੇ ਉਹ 3 ਤੋਂ 5 ਸਾਲਾਂ ਦੇ ਵਿੱਚ ਐਸਾ ਬੱਚਾ ਬਣ ਜੇ ਕਿ ਜਿਹੜਾ ਆਪਣੇ ਘਰ 30 ਤੋਂ 50,000 ਆਰਾਮ ਨਾਲ ਲੈ ਕੇ ਜਾ ਸਕਦਾ। ਉਹ ਸਿਰਫ ਇਹ ਲੈ ਕੇ ਨਹੀਂ ਜਾ ਸਕਦਾ, ਉਹ ਖੁਦ ਦਾ ਬਿਜ਼ਨਸ ਵੀ ਸਾਡੇ ਤੋਂ ਸਿੱਖ ਕੇ ਖੋਲ ਸਕਦਾ। ਸਾਡੇ ਵੱਲੋਂ ਉਹਨੂੰ ਪੂਰੀ ਆਜ਼ਾਦੀ। ਤੁਸੀਂ ਮੈਰਿਡ ਹੋ? ਹਾਂਜੀ। ਯੂ ਆਰ ਮੈਰਿਡ? ਯੈਸ। ਐਂਡ ਫਸਟ ਟਾਈਮ ਜਦੋਂ ਤੁਸੀਂ ਆਪਣੇ ਪੈਰੈਂਟਸ ਨਾਲ ਗੱਲ ਕੀਤੀ ਇਸ ਬਾਰੇ, ਉਹਨਾਂ ਦਾ ਰਿਐਕਸ਼ਨ ਕੀ ਸੀ? ਫਿਰ ਜਦੋਂ ਤੁਸੀਂ ਯੂਨਿਟ ਲਾਉਣ ਦੀ ਗੱਲ ਕੀਤੀ ਤੇ ਆਸ-ਪਾਸ ਪਿੰਡ ਵਾਲਿਆਂ ਨੂੰ ਕੁਝ ਅਜੀਬੋ-ਗਰੀਬ ਲੱਗਿਆ ਕਿ ਇੱਕ IT ਵਾਲਾ ਹੈ, ਕੁਝ ਸਰਵਿਸਿਜ਼, ਕਿਉਂਕਿ ਪਿੰਡ ਵਾਲਿਆਂ ਨੂੰ ਜ਼ਿਆਦਾਤਰ ਫੋਨਸ ਜਾਂ ਹੁਣ ਤਾਂ ਖੈਰ ਕਾਫੀ ਫਰਕ ਪੈ ਗਿਆ, ਪਰ ਫਿਰ ਵੀ ਹਜੇ ਹੈਜ਼ੀਟੈਂਟ ਨੇ ਉਹਨਾਂ ਚੀਜ਼ਾਂ ਤੋਂ। ਨਹੀਂ, ਪਿੰਡ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਜਿੱਥੇ ਵੇਅਰ ਆਈ ਐਮ ਬੋਰਨ ਐਂਡ ਬ੍ਰੌਟ ਅਪ, ਇਹ ਮੇਰਾ ਉਹ ਪਿੰਡ ਆ। ਸੋ ਮਾਈ ਵਿਲੇਜ ਇਜ਼ ਵੈਰੀ ਪੋਜ਼ਿਟਿਵ। ਮੇਰਾ ਵਿਲੇਜ ਮੇਰੀ ਬਹੁਤ ਰਿਸਪੈਕਟ ਕਰਦਾ, ਕਿਉਂਕਿ ਮੇਰਾ ਵਿਲੇਜ ਮੇਰੇ ਫਾਦਰ ਦੀ ਬਹੁਤ ਰਿਸਪੈਕਟ ਕਰਦਾ। ਮੇਰੇ ਪਾਪਾ ਨੇ ਮੈਨੂੰ ਕਿਰਤ ਕਮਾਈ ਤੋਂ ਬਣਾਇਆ। ਮੇਰੇ ਅੱਜ ਵੀ ਆਟਾ ਚੱਕੀ ਤੇ ਟੀਨ ਵਾਲੀਆਂ ਛੱਤਾਂ ਨੇ। ਅਸੀਂ ਕਦੀ ਗਲਤ ਪੈਸੇ ਕਮਾ ਕੇ ਬੱਚਿਆਂ ਨੂੰ ਨਹੀਂ ਬਣਾਇਆ, ਠੀਕ ਹੈ। ਸੋ ਮੇਰੇ ਫਾਦਰ ਨੇ ਇੰਨੀ ਕਿਰਤ ਕਮਾਈ ਕਰਕੇ ਸਾਨੂੰ ਬਣਾਇਆ ਕਿ ਸਾਡਾ ਪਿੰਡ ਜਿਹੜਾ ਪ੍ਰਾਊਡ ਫੀਲ ਕਰਦਾ ਹੈ ਕਿ ਕਿਸੇ ਨੇ ਵਾਕਈ ਕਿੱਦਾਂ 1-1 ਰੁਪਇਆ ਜੋੜ ਕੇ ਕਿਸੇ ਬੱਚੇ ਨੂੰ ਟੌਪਰ ਬਣਾਇਆ। ਉਸ ਤੋਂ ਬਾਅਦ ਅੱਜ ਮੇਰੇ ਮੰਮੀ ਪਾਪਾ ਕਿਵੇਂ ਮੇਰੀਆਂ ਦੋਨੋਂ ਬਾਹਾਂ ਫੜ ਕੇ ਮੇਰੇ ਨਾਲ ਮੈਨੂੰ ਮੈਨੇਜ ਕਰਦੇ ਆ, ਮੇਰੇ ਖਾਣਾ ਪੀਣਾ ਦੇਖਣਾ, ਆਣਾ ਜਾਣਾ ਦੇਖਣਾ, ਮੈਨੂੰ ਇਮੋਸ਼ਨਲੀ ਮੈਨੂੰ ਸਪੋਰਟ ਕਰਨਾ। ਸੋ ਮਾਈ ਪੇਰੈਂਟਸ ਆਰ ਦੇ ਆਰ ਪਲੇਇੰਗ ਅ ਵੰਡਰਫੁਲ ਰੋਲ ਇਨ ਮਾਈ ਲਾਈਫ। ਮੈਂ ਆਪਣੇ ਪੇਰੈਂਟਸ ਤੋਂ ਬਿਨਾਂ ਇਹ ਨਹੀਂ ਸੀ ਕਰ ਸਕਦੀ, ਕਿਉਂਕਿ ਉਹਨਾਂ ਨੇ ਮੈਨੂੰ ਅਸਲ ਆਜ਼ਾਦੀ ਦਿੱਤੀ ਹੈ। ਉਹਨਾਂ ਨੇ ਮੈਨੂੰ ਆਜ਼ਾਦੀ ਦਿੱਤੀ ਕਿ ਮੈਂ ਜਦੋਂ ਮਰਜ਼ੀ ਉੱਠ ਕੇ ਜਾ ਸਕਦੀ ਹਾਂ, ਆ ਸਕਦੀ, ਜੋ ਮਰਜ਼ੀ ਪਾ ਸਕਦੀ, ਖਾ ਸਕਦੀ। ਜੋ ਮੈਨੂੰ ਉਹਨਾਂ ਨੇ ਖੰਭ ਨਹੀਂ ਦਿੱਤੇ, ਮੈਨੂੰ ਉਹਨਾਂ ਨੇ ਅਸਮਾਨ ਦਿੱਤਾ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ, ਖਾਸ ਕਰਕੇ ਜੇ ਗੱਲ ਕਰੀਏ ਤੇ ਕੁੜੀਆਂ ਦੀ ਵੀ ਗੱਲ ਕਰੀਏ ਤਾਂ ਬਹੁਤ ਵੱਡੀ ਐਗਜ਼ਾਮਪਲ ਨੇ ਮਨਦੀਪ ਕੌਰ ਆਪਣੇ ਆਪ ਦੇ ਵਿੱਚ। ਇਹਨਾਂ ਨੇ ਆਪਣੇ ਪੇਰੈਂਟਸ ਦੀ ਗੱਲ ਕੀਤੀ ਹੈ, ਖਾਸ ਕਰਕੇ ਪੇਰੈਂਟਸ ਦਾ ਕਿਸ ਤਰੀਕੇ ਦੇ ਨਾਲ ਸਿਰਫ ਸਹਾਰਾ ਇਹਨਾਂ ਨੂੰ ਹੈ ਤੇ ਉਹਨਾਂ ਨੂੰ ਵੀ ਹੈ। ਪ੍ਰਾਊਡ ਫੀਲ ਕਰਦੇ ਆ ਪੇਰੈਂਟਸ ਬਹੁਤ ਜ਼ਿਆਦਾ। ਉਹਨਾਂ ਨੇ ਬਿਲਕੁਲ ਹੈਜ਼ਿਟੇਟ ਨਹੀਂ ਕੀਤਾ ਇਹ ਕਹਿਣ ਤੋਂ ਕਿ ਮੇਰੇ ਪੇਰੈਂਟਸ ਦੀ ਜਿਹੜੀ ਆਟਾ ਚੱਕੀ ਸੀਗੀ, ਉਸ ਦੇ ਨਾਲ ਹੀ ਇੱਕ ਲਾਈਵ ਐਗਜ਼ਾਮਪਲ ਹੈਗਾ। ਔਰ ਪੰਜਾਬ ਦੇ ਜਿਹੜੇ ਆਪਾਂ ਬਹੁਤ ਜਲਦੀ ਡੈਸਪਰੇਟ ਵੀ ਹੋ ਜਾਂਦੇ ਹਾਂ, ਬਹੁਤ ਜਲਦੀ ਕਨਫਿਊਜ਼ ਵੀ ਹੋ ਜਾਂਦੇ ਹਾਂ, ਔਰ ਬਹੁਤ ਜਲਦੀ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਹਾਂ, ਚਾਹੇ ਕੋਈ ਵੀ ਹੋ। ਨੌਜਵਾਨੀ ਨੂੰ ਸਿੱਖਣਾ ਬਣਦਾ ਇੱਥੋਂ। 10 ਸਾਲਾਂ ਦਾ ਤੁਹਾਡਾ ਸਫ਼ਰ ਹੈ ਸ਼ਾਇਦ ਇਹਦੇ ਵਿੱਚ। ਇਸ ਦੇ ਨਾਲ ਨਾਲ ਤੁਸੀਂ ਜੇ ਨੌਜਵਾਨੀ ਦੀ ਗੱਲ ਕਰੀਏ ਜਾਂ ਜਿਹੜਾ ਤੁਸੀਂ 10 ਸਾਲ ਦਾ ਸਪੈਨ ਸਾਰਾ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਕੋਈ ਤੁਹਾਨੂੰ ਹਰਡਲਸ ਵੀ ਆਈਆਂ ਜਾਂ ਕਿਸੇ ਤਰੀਕੇ ਦਾ ਤੁਹਾਨੂੰ ਇਹ ਵੀ ਲੱਗਿਆ ਕਿ ਸ਼ਾਇਦ ਕਿਤੇ ਥੱਕ ਵੀ ਗਏ ਵੀ ਨਹੀਂ ਮੈਂ ਨਹੀਂ ਕਰ ਸਕਦੀ ਜਾਂ ਮੇਰੇ ਤੋਂ ਨਹੀਂ ਹੋਣਾ, ਜਾਂ ਕੋਈ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਤੁਹਾਡੇ ਨਾਲ? ਦੇਖੋ, ਜਿਹਨੇ ਸਭ ਤੋਂ ਲੋ ਟਾਈਮ ਦੇਖਿਆ ਨਾ, ਉਹੀ ਬੁਲੰਦੀ ਤੇ ਪਹੁੰਚ ਸਕਦਾ। ਜਿਹੜਾ ਸਭ ਤੋਂ ਵੱਧ ਰੋਇਆ ਹੋਵੇ ਉਹਨੂੰ ਹੀ ਪਤਾ ਕਿ ਹਾਸੇ ਦੀ ਵੈਲਿਊ ਕੀ ਹੁੰਦੀ ਹੈ, ਠੀਕ ਹੈ। ਸੋ ਜਿਹੜੀ ਇੱਕ ਵੂਮਨ ਆ, ਉਹ ਬਹੁਤ ਸਾਰੇ ਚੈਲੰਜਸ ਤੋਂ ਲੰਘਦੀ ਆ। ਪਹਿਲਾਂ ਤੇ ਉਹਦੇ ਨਾਮ ਤੇ ਕੋਈ ਜਗ੍ਹਾ ਨਹੀਂ ਹੁੰਦੀ, ਉਹਦੇ ਕੋਲ ਕਿਸੇ ਵੀ ਫੈਮਿਲੀ ਤੋਂ ਕੋਈ ਜਾਇਦਾਦ ਨਹੀਂ ਹੁੰਦੀ। ਮੇਰੇ ਪੇਰੈਂਟਸ ਤੇ ਵੈਸੇ ਹੀ ਇੰਨੇ ਦੇ ਵਰ ਨਾਟ ਰਿਚ, ਤੇ ਵੂਮਨ ਨੂੰ ਹਰ ਕੋਈ ਜਿੱਦਾਂ ਤੁਸੀਂ ਜ਼ਿੰਦਗੀ 'ਚ ਅੱਗੇ ਲੰਘਦੇ ਜਾਂਦੇ, ਸਾਰੇ ਪਾਸੇ ਮੈਨ ਆ ਤੁਹਾਡੇ ਆਲੇ ਦੁਆਲੇ। ਇਹ ਦੁਨੀਆ ਕਹਿੰਦੀ ਤੇ ਆ ਕਿ ਸਾਰਾ ਕੁਝ ਇਕੁਅਲ ਆ, ਪਰ ਰਾਈਜ਼ਿੰਗ ਵੂਮਨ ਨੂੰ ਪਤਾ ਹੈ ਕਿ ਇਕੁਅਲ ਕੁਝ ਨਹੀਂ ਹੈਗਾ, ਰਾਈਟ। ਸੋ ਸਾਨੂੰ ਤਾਂ ਹੀ ਉਹ 10 ਸਾਲ ਲੱਗ ਜਾਂਦੇ 100 ਦੀ ਟੀਮ ਬਣਾਉਂਦੇ, ਕਿਉਂਕਿ ਅਸੀਂ ਲੇਡੀਜ਼ ਆ। ਜੇ ਅਸੀਂ ਜੈਂਟਸ ਹੁੰਦੇ, ਅਸੀਂ ਵੀ ਦੋਸਤਾਂ ਨਾਲ ਬੈਠਦੇ, ਸਾਡਾ ਆਹ ਕੰਮ ਕਰਾਦੇ, ਇਦਾਂ ਕਰਦੇ, ਅਸੀਂ ਬੜਾ ਕੁਝ ਕਰ ਸਕਦੇ। ਪਰ ਪ੍ਰੋਬਲਮ ਇਹ ਆ ਕਿ ਸਿਸਟਮ 'ਚ ਉੱਪਰ ਵੀ ਵੂਮਨ ਨਹੀਂ ਹੈਗੀਆਂ। ਜੇ ਸਾਨੂੰ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਜਾਂਦੀ, ਸਾਨੂੰ ਕੋਈ ਤੰਗ ਕਰ ਦਿੰਦਾ, ਸਾਡੀ ਕੰਪਨੀ 'ਚ ਫਾਇਰ ਹੋ ਜਾਂਦੀ, ਜੇ ਸਾਨੂੰ ਕੋਈ ਵੀ ਦਿੱਕਤ ਹੁੰਦੀ, ਸਾਡੇ ਕੋਲ ਅੱਗੇ ਲੇਡੀ ਨਹੀਂ ਕਿ ਅਸੀਂ ਉਹਨੂੰ ਫੋਨ ਕਰਕੇ ਕਹਿ ਦਈਏ ਕਿ ਹਾਂਜੀ ਰਾਤੀ 2 ਵਜੇ ਸਾਨੂੰ ਇਹ ਦਿੱਕਤ ਆ ਗਈ, ਰਾਈਟ। ਸੋ ਵੂਮਨ ਦਾ ਫਾਈਨੈਂਸ਼ੀਅਲ ਪ੍ਰੋਬਲਮ,
ਸੋਸ਼ਲ ਪ੍ਰੋਬਲਮ, ਡਿਗਨਿਟੀ ਪ੍ਰੋਬਲਮ, ਔਮਨ ਦੀ ਕਈ ਤਰ੍ਹਾਂ ਦੇ ਜਿਹੜੇ ਉਹਦੇ ਚੈਲੰਜਸ ਆ। ਹਰ ਔਮਨ ਜਿਹੜੀ ਕਿ ਪ੍ਰੋਫੈਸ਼ਨ 'ਚ ਆ, ਹਰ ਔਮਨ ਜਿਨੇ ਕਦੀ ਸੋਚਿਆ ਕਿ ਮੈਂ ਖੁਦ ਦਾ ਬਿਜ਼ਨਸ ਕਰਨਾ, ਆਈ ਹੈਵ ਹਾਈ ਰਿਸਪੈਕਟ ਫॉर ਔਮਨ ਬਿਕਾਜ਼ ਮੈਨੂੰ ਪਤਾ ਕਿ ਇਹ ਕਿੰਨਾ ਔਖਾ ਕਰਨਾ। ਤੇ ਜਿਹੜੀ ਔਮਨ ਨੇ ਬਿਨਾਂ ਸਹਾਰੇ ਲਏ ਆਪਣੀ ਜਰਨੀ ਨੂੰ ਚੂਜ਼ ਕੀਤਾ, ਉਹ ਤੇ ਸੋਨੇ ਤੇ ਸੁਹਾਗਾ ਵਾ ਕਿ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਪਾਪਾ, ਮੇਰਾ ਬ੍ਰਦਰ, ਮੇਰੇ ਹਸਬੈਂਡ, ਮੇਰੇ ਦੋਸਤ ਮਿੱਤਰ, ਉਹਦੇ ਕੋਲੋਂ ਮੈਂ 1 ਰੁਪਿਆ ਲੈਣਾ ਤੇ ਫਿਰ ਮੈਂ ਕੰਮ ਕਰਨਾ। ਉਹਨੇ ਲੰਬੀ ਜਰਨੀ ਚੂਜ਼ ਕਰ ਲਈ ਕਿ ਮੈਂ 12 ਸਾਲ ਬਾਅਦ ਸਕਸੈਸਫੁਲ ਹੋਵਾਂਗੀ, ਪਰ ਉਹ ਝੁਕਿਆ ਨਹੀਂ ਬੰਦਾ। So that kind of women we need, where you are not ready to bend down। ਤੁਸੀਂ ਫਖਰ ਨਾਲ ਸਿਰ ਉੱਚਾ ਕਰਕੇ ਅੱਗੇ ਤੁਰੋ ਤਾਂ ਕਿ ਤੁਸੀਂ ਹੋਰ ਕੁੜੀਆਂ ਨੂੰ, ਹਜ਼ਾਰਾਂ ਕੁੜੀਆਂ ਨੂੰ ਹੌਸਲਾ ਦੇ ਸਕੋ, ਉਹਨਾਂ ਨੂੰ ਆਪਣੇ ਵੱਲ ਖਿੱਚ ਸਕੋ ਕਿ ਉਹ ਵੀ ਕਰ ਸਕਦੀਆਂ ਨੇ। there is lot of energy required in ਪੰਜਾਬ ਕਿ ਜਿੱਥੇ women ਸਾਨੂੰ ਵੇਖ ਕੇ ਆਪਣੇ ਘਰਾਂ ਚੋਂ ਬਾਹਰ ਨਿਕਲੇ ਕਿ ਹੁਣ ਮੈਂ ਵੀ ਕਰ ਸਕਦੀ, ਕਿਉਂਕਿ financial independence is the real independence। ਜਿਸ ਦਿਨ ਵੂਮਨ ਇਸ ਤਰ੍ਹਾਂ ਦੀ ਬਣ ਜਾਏਗੀ ਕਿ ਉਹ ਆਪਣੇ ਹਸਬੈਂਡ ਨੂੰ, ਆਪਣੇ ਬ੍ਰਦਰ ਨੂੰ, ਆਪਣੇ ਪਾਪਾ ਨੂੰ ਖੁਦ ਫੰਡ ਕਰ ਸਕੇਗੀ, ਉਸ ਦਿਨ ਸਾਡੀ ਰੀਅਲ ਸਕਸੈਸ ਆ। ਕਿ ਫਰਸਟ ਵੀ ਨੀਡ ਟੂ ਬੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ। ਇਸ ਕਰਕੇ ਆਪਣੀ ਜਿਹੜੇ ਇੱਛਾਵਾਂ ਵਾ ਉਹ ਘਟਾਉਣ ਦੀ ਬੜੀ ਲੋੜ ਆ। ਮਨਦੀਪ, ਇੱਕ ਹੋਰ ਮੇਰੇ ਜ਼ਿਹਨ ਤੁਹਾਡੀ ਗੱਲਾਂ ਦੇ ਵਿੱਚ ਇੱਕ ਗੱਲ ਦਿਲ ਕਰਦਾ ਵੀ ਗੱਲਾਂ ਤੁਹਾਡਾ ਕਰੀ ਜਾਈਏ, ਰਾਤ ਪੈ ਜਾਣੀ ਹੈ ਲੱਗਦਾ ਮੈਨੂੰ, ਪਰ ਮੈਂ ਇੰਨਾ ਨਹੀਂ ਤੁਹਾਨੂੰ ਉਹ ਕਰਾਂਗੀ। ਫਿਰ ਵੀ ਕਿਹੜੇ ਤੁਸੀਂ ਦਿੰਦੇ ਹੋ ਸਰਵਿਸਿਜ਼, ਕਿਹੜੇ ਤੁਹਾਡਾ ਵੈਂਚਰ ਦਿੰਦਾ? ਸੋ ਸਾਡੀ IT ਸਰਵਿਸਿਜ਼ ਐਂਡ ਡਿਜੀਟਲ ਮਾਰਕੀਟਿੰਗ ਕੰਪਨੀ ਆ, ਤੇ ਨਾਲ ਮੇਰੇ ਹੋਰ 4 to 5 ਛੋਟੇ ਵੈਂਚਰਸ ਮੈਂ ਹੋਰ ਖੋਲ੍ਹੇ ਨੇ। ਸੋ ਆਈ ਥਿੰਕ ਦਿਸ ਇਜ਼ ਦ ਫਰਸਟ ਟੈਲੀਵਿਜ਼ਨ ਕਿ ਜਿੱਥੇ ਮੈਂ ਦੱਸਣ ਵਾਲੀ ਆਪਣੇ ਸਾਰੇ ਵੈਂਚਰਸ ਬਾਰੇ। ਤੁਸੀਂ ਮੈਨੂੰ ਪੁੱਛਿਆ ਇੰਨੇ ਅੱਛੇ ਤਰੀਕੇ ਨਾਲ। ਫਰਸਟ ਕੰਪਨੀ ਮੇਰੀ ਸਿੰਬਾ ਕਾਰਟ। ਸੋ ਇਟਸ ਐਨ ਆਨਲਾਈਨ ਸ਼ਾਪਿੰਗ ਵੈਬਸਾਈਟ ਜਿਹਦੇ ਵਿੱਚ ਅਸੀਂ ਸ਼ੂਜ਼ ਜਿਹੜੇ ਆ ਆਨਲਾਈਨ ਸੈਲ ਕਰਦੇ ਆ। ਮੇਰੀ ਜਿਹੜੀ ਮੇਜਰ ਵੈਂਚਰ ਆ ਉਹ IT ਵੈਂਚਰ ਆ ਵਿਚ ਇਜ਼ ਸਿੰਬਾ ਕੁਆਰਟਸ, ਵਿਚ ਇਜ਼ 90% ਆਫ ਮਾਈ ਬਿਜ਼ਨਸ, ਜਿਹਦੇ ਕਰਕੇ ਮੈਂ ਜਾਣੀ ਜਾਂਦੀ ਕਿ ਫਰਸਟ IT ਐਂਡ ਡਿਜੀਟਲ ਮਾਰਕੀਟਿੰਗ ਕੰਪਨੀ ਅਸੀਂ ਬਣਾਈ। ਸੋ ਵੀ ਆਰ ਇਨਟੂ ਸੌਫਟਵੇਅਰ ਡਿਵੈਲਪਮੈਂਟ, ਮੋਬਾਈਲ ਐਪ ਡਿਵੈਲਪਮੈਂਟ, ਐਨੀ ਕਾਈਂਡ ਆਫ ਵੈਬਸਾਈਟ, ਸੋਸ਼ਲ ਮੀਡੀਆ ਮੈਨੇਜਮੈਂਟ, ਕੰਟੈਂਟ ਮੈਨੇਜਮੈਂਟ, graphic designing, video editing, so these all things we do. Then we have another ventures, we have Simba Hire ਜਿਹਦੇ ਵਿੱਚ ਸਾਡੀ HR consultancy firm ਆ। We have Simba Course where we train people in different computer courses online and offline. So we have Religious Cart ਜਿਹਦੇ ਵਿੱਚ ਅਸੀਂ religious frame online ਵੇਚਦੇ ਆ। And recently I started a new venture Simba Stars ਜਿਹਦੇ ਵਿੱਚ ਅਸੀਂ digital marketing ਕਰਾਂਗੇ celebrities ਦੀ। ਤੁਸੀਂ ਬਹੁਤ ਹੀ ਜਿਹੜੀਆਂ ਵੈਸੇ ਜਿਹੜੇ ਤੁਹਾਡੇ ਸਾਰੇ ਦੇ ਸਾਰੇ ਵੈਂਚਰਸ ਦੇ ਬਾਰੇ ਗੱਲ ਕੀਤੀ ਹੈ, ਥੋੜੇ ਜਿਹੇ ਐਲੀਟ ਜ਼ਰੂਰ ਨੇ, ਕਿਉਂਕਿ ਜੇ ਤੁਸੀਂ ਆਨਲਾਈਨ ਸ਼ਾਪਿੰਗ ਦੀ ਗੱਲ ਕੀਤੀ ਹੈ, ਚਾਹੇ ਤੁਸੀਂ IT ਦੀ ਗੱਲ ਕੀਤੀ ਹੈ, ਚਾਹੇ ਤੁਸੀਂ ਕੋਈ ਵੀ ਜਿਹੜੀ ਤੁਸੀਂ ਗੱਲ ਸਾਰੀਆਂ ਦੀ ਸਾਰੀ ਕੀਤੀ ਹੈ, ਸੈਲੀਬ੍ਰਿਟੀਜ਼ ਦੇ ਨਾਲ ਕਨੈਕਟਡ ਗੱਲ ਕੀਤੀ ਹੈ, ਸਾਡੇ ਬਹੁਤ ਹੀ ਪ੍ਰਾਇਮਰੀ ਵੀ ਜਿਹੜੇ ਆਕਿਊਪੇਸ਼ਨਸ ਨੇ ਉਹ ਵੀ ਹੈਗੇ ਨੇ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਟਾਈ ਕਰਨ ਦਾ, ਇਨਕਲਕੇਟ ਕਰਨ ਦਾ, ਤਾਂ ਕਿ ਉਹ ਵੀ ਗਰੋ ਕਰ ਸਕਣ, ਉਹ ਵੀ ਲੋਕ ਚੁੱਕੇ ਜਾ ਸਕਣ। ਤੁਹਾਡਾ ਆਈਡੀਆਜ਼ ਹੈ ਕੁਝ ਇਹ ਜਿਹੇ, ਜਾਂ ਤੁਸੀਂ ਘੱਟੋ ਘੱਟ ਇਹ ਜਿਹੇ ਆਈਡੀਆਜ਼ ਤੁਹਾਡੇ ਕਦੀ ਮਨ 'ਚ ਆਉਂਦੇ ਆ? ਦੇਖੋ, ਜਿਵੇਂ ਸਿੰਬਾ ਕਾਰਟ ਆ ਉਹਦੇ ਵਿੱਚ ਅਸੀਂ ਪੰਜਾਬੀ ਜੁੱਤੀਆਂ ਸੈਲ ਕਰਦੇ ਆਨਲਾਈਨ, ਰਾਈਟ। ਸੋ ਕਿਤੇ ਨਾ ਕਿਤੇ ਮੈਂ ਉਹਨੂੰ ਕਰ ਰਹੀ, ਬਟ ਮੇਰਾ ਮੇਜਰ ਮਕਸਦ ਆ ਵਾਈਟ ਕਾਲਰ ਜੌਬ ਜਨਰੇਟ ਕਰਨਾ। ਸੋ ਆਈ ਅੰਡਰਸਟੈਂਡ ਕਿ ਪੰਜਾਬ ਵਿੱਚ ਜਿਹੜੇ ਘੱਟ ਪੜ੍ਹੇ ਨੇ ਜਾਂ ਜਿਹੜੇ ਨਹੀਂ ਪੜ੍ਹੇ ਉਹਨਾਂ ਲਈ ਬਹੁਤ ਸਾਰਾ ਕੁਝ ਹੋਣਾ ਚਾਹੀਦਾ ਹੈ, ਰਾਈਟ। ਬਟ ਮੈਂ ਐਜੂਕੇਟਿਡ ਆ, ਮੈਨੂੰ ਰੱਬ ਨੇ ਨਿਆਮਤ ਬਖਸ਼ੀ ਆ ਕਿ ਮੈਂ ਯੂਨੀਵਰਸਿਟੀ ਟੌਪਰ ਰਹੀ ਹਾਂ, ਮੈਨੂੰ ਸਮਝ ਇਹ ਚੀਜ਼ਾਂ ਨਹੀਂ। ਸੋ ਆਈ ਵਾਂਟ ਟੂ ਵਰਕ ਫॉर ਦ ਯੂਥ ਜਿਹੜਾ ਪੜ੍ਹਿਆ ਤੇ ਉਹਦੇ ਕੋਲ ਜੌਬ ਨਹੀਂ ਹੈਗੀ। ਸੋ ਮੈਂ ਸਾਰਾ ਕੁਝ ਤੇ ਨਹੀਂ ਕਰ ਸਕਦੀ। ਸੋ ਇਸ ਕਰਕੇ ਮੈਂ ਜਿਹੜੀ ਆਪਣੀ ਪ੍ਰਾਇਮਰੀ ਸੈਕਟਰ ਆ ਜਿਹਨੂੰ ਮੈਂ ਪੰਜਾਬ ਸਰਵ ਕਰਾਂਗੀ, ਦੈਟ ਇਜ਼ educated youth who do not have jobs and they have to go to Dubai, Canada, Australia. They should get handsome salary sitting in their own village. ਆਪਣੇ ਪਿੰਡ 'ਚ ਬਹਿ ਕੇ ਅੱਛੀ ਸੈਲਰੀ ਉਹਨਾਂ ਨੂੰ ਮਿਲਣੀ ਚਾਹੀਦੀ ਆ। ਸੋ ਮੈਂ ਆਪਣੀ ਸੇਵਾ ਇੱਥੇ ਲਾਈ ਹੋਈ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕਸ ਸੋ ਮਚ। ਸੁਣ ਲਓ, ਤੁਸੀਂ ਮਨਦੀਪ ਕੌਰ ਟਾਂਗਰਾ ਨੂੰ ਮਿਲੋ ਔਰ ਤੁਸੀਂ ਦੇਖ ਸਕਦੇ ਹੋ ਕਿ ਉਹ ਖਾਸ ਕਰਕੇ ਜਿਹੜਾ ਯੂਥ ਹੈਗਾ, ਐਜੂਕੇਟਿਡ ਯੂਥ ਹੈਗਾ, ਉਹਨੂੰ ਹੁਣ ਬਾਹਰ ਤਾਂ ਨਹੀਂ ਜਾਣ ਦੇਣਗੇ। ਉਹਨਾਂ ਦੇ ਇਰਾਦੇ ਬਹੁਤ ਪੱਕੇ ਨੇ ਔਰ ਬੜੇ ਚੰਗੇ ਨੇ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਪੰਜਾਬ ਦੇ ਵਿੱਚ ਸਾਨੂੰ ਪਰਮਾਨੈਂਟ ਜਦ PR ਮਿਲੀ ਹੋਈ ਹੈ, ਪਰਮਾਨੈਂਟ ਰੈਜ਼ੀਡੈਂਟ ਅਸੀਂ ਹੈਗੇ ਆ, ਸਾਨੂੰ ਕੈਨੇਡਾ ਜਾ ਕੇ ਲੈਣ ਦੀ ਕੀ ਜ਼ਰੂਰਤ ਹੈ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਂ, ਥੋੜੇ ਆਈਡੀਆਜ਼ ਜਿਹੜੇ ਨੇ ਉਹਨਾਂ ਨਾਲ ਡੈਫੀਨੇਟਲੀ ਵਰਕਆਊਟ ਕਰਨਾ ਪੈਂਦਾ ਔਰ ਵਰਕਆਊਟ ਕਰਕੇ
ਜਿਵੇਂ ਕਿ ਵਰਕਆਊਟ ਜਿੰਮਾਂ 'ਚ ਕਰਕੇ ਮਸਲ ਬਣਦੇ ਨਾ, ਉਵੇਂ ਹੀ ਦਿਮਾਗ ਦਾ ਜੇ ਵਰਕਆਊਟ ਕਰਕੇ ਐਵੇਂ ਦੇ ਵੈਂਚਰਸ ਲਾਏ ਜਾਣ ਤੇ ਡੈਫੀਨੇਟਲੀ ਕੰਮ ਦੇ ਵੀ ਜਿਮ ਤੇ ਮਸਲਸ ਬਣ ਸਕਦੇ ਆ। ਸ਼ੀ ਇਜ਼ ਅ ਮਸਕੂਲਰ ਵੂਮਨ, I salute her, and moreover she has done a marvelous job, and really I hug you for this thing. Definitely you, yes, thank you she is so doing a marvelous job। और बहुत ਚੰਗੀ ਗੱਲ ਹੈਗੀ ਕਿ ਮਨਦੀਪ ਨੇ ਐਡਾ ਪਿੰਡ ਦੇ ਵਿੱਚ ਐਡੀ ਸੋਚ ਵੱਡੀ ਰੱਖੀ ਹੈ। ਤਾਂ ਨਾ ਤਾਂ ਕੋਈ ਕੰਮ ਛੋਟਾ ਹੈ ਔਰ ਨਾ ਹੀ ਪਿੰਡ ਜਾਂ ਰਹਿਣ ਦੀ ਜਗ੍ਹਾ ਛੋਟੀ ਹੁੰਦੀ। ਹਰ ਕਿਸੇ ਨੂੰ ਚੰਡੀਗੜ੍ਹ ਭੱਜ ਕੇ ਆਉਣ ਦੀ ਲੋੜ ਨਹੀਂ, ਹਰ ਕਿਸੇ ਨੂੰ ਬੰਗਲੌਰ ਜਾਂ ਪੂਨੇ ਭੱਜ ਕੇ ਜਾਣ ਦੀ ਲੋੜ ਨਹੀਂ, ਦਿੱਲੀ ਜਾਣ ਦੀ ਲੋੜ ਨਹੀਂ, ਕੈਨੇਡਾ ਅਮਰੀਕਾ ਤੱਕ ਭੁੱਲ ਹੀ ਜਾਓ। ਹੁਣ ਮਨਦੀਪ ਕੌਰ ਦੇਣਗੇ ਤੁਹਾਨੂੰ ਜੌਬ, ਇਹਨਾਂ ਨੂੰ ਕੰਟੈਕਟ ਕਰੋ। ਥੈਂਕ ਯੂ ਸੋ ਮਚ। ਕੈਮਰਾ ਪਰਸਨ ਪ੍ਰੀਤਮ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।